हेलो एवरीवन। ਅੱਜ ਦੀ ਕਲਾਸ ਵਿੱਚ ਆਪਾਂ ਵਰਕ ਕਰਨ ਜਾ ਰਹੇ ਹਾਂ ਫਿਊਚਰ ਇਨਡੈਫੀਨਿਟ ਟੈਂਸ ਤੇ। ਆਪਾਂ ਪਿਛਲੀ ਕਲਾਸ ਵਿੱਚ ਪਹਿਲਾਂ ਹੀ ਪ੍ਰੈਜ਼ੈਂਟ ਡੈਫੀਨਿਟ ਟੈਂਸ ਤੇ ਵਰਕ ਕਰ ਚੁੱਕੇ ਹਾਂ, ਪਾਸਟ ਇਨਡੈਫੀਨਿਟ ਟੈਂਸ ਤੇ ਆਪਾਂ ਕੱਲ ਵਰਕ ਕਰ ਚੁੱਕੇ ਹਾਂ। ਸੋ ਅੱਜ ਦਾ ਆਪਣਾ ਲੈਕਚਰ ਹੈ ਫਿਊਚਰ ਇਨਡੈਫੀਨਿਟ ਟੈਂਸ। ਸੋ ਹੁਣ ਕੀ ਹੈ, ਜਦੋਂ ਵੀ ਆਪਾਂ ਆਉਣ ਵਾਲੇ ਟਾਈਮ ਦੇ ਰਿਗਾਰਡਿੰਗ ਕੋਈ ਵੀ ਗੱਲ ਕਹਿਣੀ ਹੋਵੇ, ਕੋਈ ਵੀ ਐਕਸ਼ਨ ਜਿਹੜਾ ਆਉਣ ਵਾਲੇ ਸਮੇਂ ਵਿੱਚ ਹੋਣ ਜਾ ਰਿਹਾ, ਫॉर एग्जांपल ਚਾਹੇ 5 ਮਿੰਟ ਬਾਅਦ ਵਿੱਚ ਹੋਏਗਾ ਫਿਊਚਰ ਵਿੱਚ, ਚਾਹੇ ਅਗਲੇ ਸਾਲ ਹੋਏਗਾ, ਚਾਹੇ 10 ਸਾਲ ਬਾਅਦ ਹੋਏਗਾ, ਉਸ ਲਈ ਆਪਾਂ ਸਿੰਪਲ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਦਾ ਇਸਤੇਮਾਲ ਕਰਕੇ ਸੈਂਟੈਂਸੀਆਂ ਜਿਹੜੇ ਬਣਾ ਸਕਦੇ ਹਾਂ। ਓਕੇ, ਸੋ ਫਸਟ ਆਫ ਆਲ ਆਪਾਂ ਜਾਣਦੇ ਹਾਂ ਕਿ ਇਸ ਦੀ ਪਹਿਚਾਣ ਕੀ ਹੈ। ਫॉर एग्जांपल अगर ਆਪਾਂ ਸਿੰਪਲ ਵੇ ਨਾਲ ਜਾਈਏ, ਜਿਹੜੇ ਹੈ ਨਾ ਬਿਗਨਰਸ ਹੁੰਦੇ हैं ਉਹਨਾਂ ਨੂੰ ਹੈ ਨਾ ਯੂਜ਼ਲੀ ਇਹ ਚੀਜ਼ ਸੋਚਣ ਵਿੱਚ ਦਿੱਕਤ ਆਉਂਦੀ ਹੈ, ਉਹ ਜਾਣਨਾ ਚਾਹੁੰਦੇ ਕਿ ਕਦੋਂ ਇਸ ਦਾ ਇਸਤੇਮਾਲ ਕਰਨਾ ਹੈ। ਤਾਂ ਸਿੰਪਲ ਵੇ ਨਾਲ ਆਪਾਂ ਕਹਿ ਸਕਦੇ ਹਾਂ ਗਾ, ਗੇ, ਗੀ, ਜਿਹੜਾ ਆਪਾਂ ਆਪਣੀ ਛੋਟੀ ਕਲਾਸ ਵਿੱਚ ਪੜ੍ਹਿਆ ਹੋਇਆ ਹੈ, ਯੂਜ਼ਲੀ ਟੀਚਰਸ ਦੱਸਦੇ ਹੁੰਦੇ हैं ਕਿ ਜਦੋਂ ਵੀ ਆਪਾਂ ਫਿਊਚਰ ਵਿੱਚ ਕੋਈ ਗੱਲ ਕਹਿਣੀ ਹੈ, ਉਹ ਖੇਡਣ ਜਾਏਗਾ, ਉਹ ਖੇਡੇਗੀ, ਉਹ ਨੱਚਣਗੇ, ਉਹ ਐਦਾਂ ਕਰਨਗੇ। ਸੋ ਜਿਹੜਾ ਵੀ ਕੰਮ ਫਿਊਚਰ ਵਿੱਚ ਹੋਵੇਗਾ ਉਸ ਲਈ ਆਪਾਂ ਫਿਊਚਰ ਇਨਡੈਫੀਨਿਟ ਟੈਂਸ ਦਾ ਇਸਤੇਮਾਲ ਕਰਦੇ ਹਾਂ। ਸੋ ਫਸਟ ਆਫ ਆਲ ਆਪਾਂ ਸੈਂਟੈਂਸ ਸਟਰਕਚਰ ਨਾਲ ਜਾਣਦੇ ਹਾਂ। ਇਟ ਇਜ਼ ਅ ਸਬਜੈਕਟ ਪਲਸ ਵਰਬ ਪਲਸ ਆਬਜੈਕਟ। ਹਾਂ, ਇਹੋ ਸੈਂਟੈਂਸ ਸਟਰਕਚਰ ਹੈ ਜਿਹੜੀ ਮੈਂ ਤੁਹਾਨੂੰ ਯੂਜ਼ਲੀ ਹਰੇਕ ਆਲਮੋਸਟ ਹਰੇਕ ਲੈਕਚਰ ਵਿੱਚ ਕਹਿੰਦਾ ਹੈ ਕਿ ਸਭ ਤੋਂ ਪਹਿਲਾਂ ਅਗਰ ਕੋਈ ਵੀ ਆਪਾਂ ਟੈਂਸ ਯੂਜ਼ ਕਰਨਾ ਹੈ, ਸਾਰੀ ਟੈਂਸ ਵਿੱਚ ਇਸ ਸੈਂਟੈਂਸ ਸਟਰਕਚਰ ਨੂੰ ਫੋਲੋ ਕਰਕੇ ਤੁਸੀਂ ਸੈਂਟੈਂਸਿਸ ਬਣਾ ਸਕਦੇ ਹੋ। ਤਾਂ ਇਹ ਇੱਕ ਕਾਮਨ ਸੈਂਟੈਂਸ ਫਾਰਮੇਸ਼ਨ ਹੈ ਸਾਰੀ ਟੈਂਸਿਸ ਦੀ। ਇਸ ਦੇ ਵਿੱਚ ਸਿਰਫ ਤੇ ਸਿਰਫ ਸੈਂਟਰ ਵਾਲੇ ਪੋਰਸ਼ਨ ਵਿੱਚ ਥੋੜੀ ਚੇਂਜਸ ਹੁੰਦੀਆਂ, ਜਿਸ ਤੋਂ ਕਿ ਪ੍ਰੈਜ਼ੈਂਟ, ਪਾਸਟ, ਫਿਊਚਰ, ਇੰਡੈਫੀਨਿਟ, ਕੰਟੀਨਿਊਅਸ ਸਾਰੇ ਟੈਂਸਿਸ ਦੇ ਵਿੱਚ ਥੋੜੀ ਬਹੁਤੀ ਚੇਂਜਸ ਆਉਂਦੀਆਂ। ਸੋ ਅਗਰ ਆਪਾਂ ਜਾਈਏ ਹੁਣ ਫਿਊਚਰ ਇੰਡੈਫੀਨਿਟ ਟੈਂਸ ਨਾਲ, ਤਾਂ ਸਭ ਤੋਂ ਪਹਿਲਾਂ ਆਪਾਂ ਐਫਰਮੇਟਿਵ ਸੈਂਟੈਂਸ ਸਟਰਕਚਰ ਦੇਖਦੇ ਹਾਂ। ਇਟ ਵੁੱਡ ਬੀ ਸਬਜੈਕਟ ਪਲਸ, ਹੁਣ ਦੇਖੋ ਕਿਹੜੀ ਚੀਜ਼ ਹੈ ਜਿਹੜੀ ਮੇਨ ਕਾਮਨ ਫਿਊਚਰ ਸੈਂਟੈਂਸ ਵਿੱਚ ਆਉਂਦੀ ਹੈ। ਜਦੋਂ ਵੀ ਆਪਾਂ ਹੈ ਨਾ ਪਹਿਲਾਂ ਆਪਣੇ ਕੋਈ ਵੀ ਸੈਂਟੈਂਸ ਤੁਸੀਂ ਕਲਾਸ ਵੀ ਸਕੂਲ ਟਾਈਮ ਵਿੱਚ ਕਰੇ ਹੋਣਗੇ ਜਾਂ ਕੁਝ ਪੜ੍ਹਿਆ ਹੋਏਗਾ, ਤਾਂ ਉਸਦੇ ਦੇਖੋ ਜਦੋਂ ਵੀ ਕੋਈ ਫਿਊਚਰ ਦੀ ਗੱਲ ਹੁੰਦੀ ਹੈ ਤਾਂ ਉਸਦੀ ਇੱਕ ਬਹੁਤ ਹੀ ਕਾਮਨ ਚੀਜ਼ ਵਿਲ ਜਾਂ ਸ਼ੈਲ ਦਾ ਇਸਤੇਮਾਲ ਹੁੰਦਾ ਹੈ। ਤਾਂ ਸਬਜੈਕਟ ਦੇ ਇੰਸਟੈਂਟ ਬਾਅਦ ਵਿੱਚ ਆਪਾਂ ਵਿਲ ਜਾਂ ਸ਼ੈਲ ਦਾ ਇਸ ਦੇ ਵਿੱਚ ਯੂਜ਼ ਕਰਾਂਗੇ। ਸਬਜੈਕਟ ਪਲਸ ਵਿਲ ਸ਼ੈਲ ਪਲਸ ਫਸਟ ਫਾਰਮ ਆਫ ਵਰਬ ਪਲਸ ਆਬਜੈਕਟ। ਫਿਊਚਰ ਵਿੱਚ ਹਮੇਸ਼ਾ ਹੀ ਆਪਾਂ ਸਿਰਫ ਤੇ ਸਿਰਫ ਵਰਬ ਦੀ ਫਸਟ ਫਾਰਮ ਦਾ ਇਸਤੇਮਾਲ ਕਰਦੇ ਹਾਂ, ਤਾਂ ਉਰੇ ਆ ਜਾਏਗੀ ਫਸਟ ਫਾਰਮ। ਸੋ ਦ ਸੈਂਟੈਂਸ ਫਾਰਮੇਸ਼ਨ ਇਜ਼ ਸਬਜੈਕਟ ਪਲਸ ਵਿਲ ਸ਼ੈਲ ਪਲਸ ਫਸਟ ਫਾਰਮ ਆਫ ਵਰਬ ਪਲਸ ਆਬਜੈਕਟ। ਹੁਣ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਪ੍ਰੈਜ਼ੈਂਟ ਡੈਫੀਨਿਟ ਟਾਈਮਸ ਵੀ ਦੱਸਿਆ ਸੀ ਕਿ ਡੂ ਜਾਂ ਡਜ਼ ਦਾ ਆਪਾਂ ਇਸਤੇਮਾਲ ਕਰਦੇ ਹਾਂ, ਪਲੂਰਲ ਨਾਲ ਡੂ ਦਾ ਇਸਤੇਮਾਲ ਕਰਦੇ ਹਾਂ, ਸਿੰਗੂਲਰ ਨਾਲ ਡਜ਼ ਦਾ ਇਸਤੇਮਾਲ ਕਰਦੇ ਹਾਂ। ਹੁਣ ਆਪਾਂ ਇਸ ਚੀਜ਼ ਨਾਲ ਚਾਹੀਏ ਕਿ ਵਿਲ ਤੇ ਸ਼ੈਲ ਦਾ ਕੀ ਫਰਕ ਹੁੰਦਾ ਹੈ। ਵਿਲ ਤੇ ਸ਼ੈਲ ਵਿੱਚ ਕੁਝ ਖਾਸ ਡਿਫਰੈਂਸ ਨਹੀਂ ਹੈ। ਪਹਿਲਾਂ ਹੁੰਦਾ ਸੀ, ਪਹਿਲਾਂ ਕਲਾਸ ਵਿੱਚ ਤੁਸੀਂ ਸਕੂਲ ਟਾਈਮ ਵਿੱਚ ਪੜ੍ਹਿਆ ਹੋਏਗਾ ਕਿ ਆਈ ਤੇ ਵੀ ਨਾਲ ਆਪਾਂ ਸ਼ੈਲ ਦਾ ਇਸਤੇਮਾਲ ਕਰਦੇ ਹਾਂ, ਤੇ ਬਾਕੀ ਜਿਹੜੇ ਰਿਮੇਨਿੰਗ ਰਹਿ ਗਏ ਯੂ, ਦੇ, ਹੀ, ਸ਼ੀ, ਇਟ, ਇਹਨਾਂ ਨਾਲ ਆਪਾਂ ਵਿਲ ਦਾ ਇਸਤੇਮਾਲ ਕਰਦੇ ਹਾਂ। ਬਟ ਅਗਰ ਤੁਸੀਂ ਇਸ ਨੂੰ ਚੇਂਜ ਵੀ ਕਰਦੇ ਹੋ ਤਾਂ ਉਸ ਦੇ ਵਿੱਚ ਕੁਝ ਬਹੁਤ ਜ਼ਿਆਦਾ ਡਿਫਰੈਂਸ ਨਹੀਂ ਹੈ। ਅੱਜ ਕੱਲ੍ਹ ਆਪਾਂ ਜਿਹੜਾ ਹੈ ਸਾਰੇ ਸਬਜੈਕਟਸ ਨਾਲ ਵਿਲ ਦਾ ਇਸਤੇਮਾਲ ਕਰ ਰਹੇ ਹਾਂ ਐਂਡ ਇਟ ਇਜ਼ ਮਾਰਕਡ 110% ਕਰੈਕਟ। ਸੋ ਚਾਹੇ ਤੁਸੀਂ ਕੋਈ ਸੈਂਟੈਂਸ ਲਿਖਣਾ ਹੈ, ਚਾਹੇ ਤੁਸੀਂ ਬੋਲਣਾ ਹੈ, ਅਗਰ ਸਾਰੇ ਦੇ ਸਾਰੇ ਸਬਜੈਕਟਸ ਨਾਲ ਤੁਸੀਂ ਵਿਲ ਦਾ ਇਸਤੇਮਾਲ ਕਰੋਗੇ, ਇਸ ਨੂੰ ਬਿਲਕੁਲ ਹੀ ਸਹੀ ਮੰਨਿਆ ਜਾਏਗਾ। ਠੀਕ ਹੈ। ਸੋ ਮੋਰਓਵਰ ਆਪਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਕਿ ਆਈ ਵੀ ਨਾਲ ਸ਼ੈਲ ਦਾ ਇਸਤੇਮਾਲ ਕਰਦੇ ਹਾਂ ਆਪਾਂ, ਤੇ ਆਈ ਵੀ ਨਾਲ ਸ਼ੈਲ ਦਾ ਉਦੋਂ ਇਸਤੇਮਾਲ ਹੁੰਦਾ ਜਦੋਂ ਆਪਾਂ ਕਿਸੇ ਤੋਂ ਕੋਈ ਐਡਵਾਈਸ ਲੈਣੀ ਹੁੰਦੀ ਹੈ। ਆਪਾਂ ਹੁਣ ਕੁਝ ਇੱਕ ਐਗਜ਼ਾਮਪਲਸ ਕਰਾਂਗੇ ਜਿਸ ਦੇ ਵਿੱਚ ਇਹ ਚੀਜ਼ਾਂ ਤੁਹਾਨੂੰ ਕਲੀਅਰ ਹੋ ਜਾਣਗੀਆਂ। ਓਕੇ, ਸੋ ਵੀ ਗੋ ਵਿਦ ਦ ਐਗਜ਼ਾਮਪਲਸ। ਸੋ ਹੁਣ ਆਪਾਂ ਜਿਹੜੇ ਜ਼ਿਆਦਾਤਰ ਸੈਂਟੈਂਸ ਬਣਾਉਂਗੇ ਵਿਲ ਨਾਲ ਬਣਾਉਂਗੇ, ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ। ਅਗਰ ਆਪਾਂ ਸਾਰੇ ਹੀ ਸਬਜੈਕਟ ਨਾਲ ਵਿਲ ਦਾ ਇਸਤੇਮਾਲ ਕਰਦੇ ਹਾਂ, ਉਸ ਨੂੰ ਬਿਲਕੁਲ ਕਰੈਕਟ ਮੰਨਿਆ ਜਾਏਗਾ, ਉਸ ਨੂੰ ਇਨਕਰੈਕਟ ਨਹੀਂ ਮੰਨਿਆ ਜਾਏਗਾ। ਬਟ ਸਟਿਲ ਅਗਰ ਤੁਸੀਂ ਕਿਤੇ ਪੜ੍ਹਦੇ ਹੋ, ਕਿਤੇ ਸੁਣਦੇ ਹੋ ਕਿ ਕਿਸੇ ਨੇ ਕਿਸੇ ਸੈਂਟੈਂਸ ਵਿੱਚ ਸ਼ੈਲ ਦਾ ਇਸਤੇਮਾਲ ਕੀਤਾ ਹੋਇਆ, ਦੈਨ ਕੀਪ ਇਨ ਮਾइंड ਕਿ ਦੋਨੋਂ ਸੇਮ ਹੈ, ਦੋਨੋਂ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਹੈ। ਜੋ ਮਤਲਬ ਵਿਲ ਦਾ ਹੈ ਉਹੀ ਮਤਲਬ ਸ਼ੈਲ ਦਾ ਹੈ। ਅਗਰ ਤੁਸੀਂ ਇਸ ਦੇ ਡੀਪ ਵਿੱਚ ਜਾਣਾ ਚਾਹੀਏ ਤਾਂ ਪਹਿਲਾਂ ਕਿਹਾ ਜਾਂਦਾ ਸੀ, ਕੁਝ ਬੁੱਕਸ ਵਿੱਚ ਲਿਖਿਆ ਹੋਇਆ ਹੈ ਕਿ ਅਗਰ ਆਈ ਵੀ ਨਾਲ ਸ਼ੈਲ ਦਾ ਇਸਤੇਮਾਲ ਹੁੰਦਾ ਹੈ, ਵਾਕਿਆ ਨਾਲ ਵਿਲ ਦਾ ਇਸਤੇਮਾਲ ਹੁੰਦਾ, ਅਗਰ ਆਪਾਂ ਰਿਪਲੇਸ ਕਰਦੇ ਹਾਂ ਤਾਂ ਉਸ ਦਾ ਮਤਲਬ ਹੁੰਦਾ ਕਿ ਇਹ ਕੰਮ ਪੱਕਾ ਹੋਏਗਾ। ਸੋ ਪੱਕੇ ਵਾਸਤੇ ਆਪਣੇ ਕੋਲ ਪਹਿਲਾਂ ਹੀ ਵਰਡ ਹੈਗਾ ਹੈ ਮਸਟ। ਸੋ ਡੋਂਟ ਗੈਟ ਕਨਫਿਊਜ਼ਡ ਇਨ ਇਟ, ਜਸਟ ਤੁਸੀਂ ਵਿਲ ਦਾ ਇਸਤੇਮਾਲ ਕਰੋ, your sentences would be correct. So here we go with the examples. For example, she will leave this nation next month.
सो ਹੁਣ ਗੱਲ ਕਿਸ ਚੀਜ਼ ਦੀ ਹੋ ਰਹੀ ਹੈ ਨੈਕਸਟ ਮੰਥ यानी कि अगले महीने ਕੀ ਕਰੇਗੀ ਅਗਲੇ ਮਹੀਨੇ ਉਹ ਆਪਣੇ ਇਸ ਦੇਸ਼ ਨੂੰ ਛੱਡ ਦੇਗੀ ਮੀਨਸ ਉਹ ਕਿਤੇ ਹੋਰ ਜਾਣ ਲੱਗੀ ਹੈ ਸੋ द थिंग इज गोइंग टू हैपन इन फ्यूचर ये चीज़ फ्यूचर ਵਿੱਚ ਹੋਏਗੀ ਤਾਂ ਉਸ ਵੇ ਨੂੰ ਆਪਾਂ ਇਹ ਸੈਂਟੈਂਸ ਬਣਾਉਂਦੇ ਆ ਸਭ ਤੋਂ ਪਹਿਲਾਂ ਸਬਜੈਕਟ ਆ ਗਿਆ ਹੈ ਵਿਲ ਸ਼ੈਲ ਆਪਾਂ ਵਿਲ ਇਸਤੇਮਾਲ ਕਰਿਆ ਵਰਬ ਦੀ ਫਸਟ ਫਾਰਮ ਲੀਵ ਆ ਗਈ ਹੈ ਤੇ ਅੱਗੇ ਆਬਜੈਕਟ ਆ ਗਿਆ ਹੈ ਗਾਗੇਗੀ ਉਹ ਇਹ ਨੇਸ਼ਨ ਛੱਡੇਗੀ ਅਗਲੇ ਮਹੀਨੇ ਤਾਂ ਇਸ ਵੇ ਨਾਲ ਆਪਾਂ ਇਸ ਦਾ ਇਸਤੇਮਾਲ ਕਰਦੇ ਹਾਂ ਓਕੇ ਆਪਾਂ ਨੈਕਸਟ ਐਗਜ਼ਾਮਪਲ ਨਾਲ ਜਾਂਦੇ ਹਾਂ they will teach you a good lesson they will teach you a good lesson यानी कि ਉਹ ਤੁਹਾਨੂੰ ਚੰਗਾ ਸਬਕ ਸਿਖਾਣਗੇ ਚੰਗਾ ਸਬਕ ਸਿਖਾਉਂਗੇ ਗਾਗੇਗੀ ਆ ਗਿਆ ਨਾ यानी कि ਜਿਹੜਾ ਕੰਮ ਇਹ ਫਿਊਚਰ ਵਿੱਚ ਹੋਣਾ ਹੈ ਉਸ ਲਈ ਆਪਾਂ ਇਸ ਦਾ ਇਸਤੇਮਾਲ ਕਰਦੇ ਹਾਂ ਫਾਰਮੂਲਾ ਉਹੀ ਹੈ ਸਭ ਤੋਂ ਪਹਿਲਾਂ ਸਬਜੈਕਟ ਉਸ ਤੋਂ ਬਾਅਦ ਵਿਲ ਸ਼ੈਲ ਵਿੱਚੋਂ ਇੱਕ ਉਸ ਤੋਂ ਬਾਅਦ ਵਰਬ ਦੀ ਫਾਰਮ ਤੇ ਉਸ ਤੋਂ ਬਾਅਦ ਆਬਜੈਕਟ ਠੀਕ ਹੈ ਜੀ ਆਪਾਂ ਇਸ ਵੇ ਨਾਲ ਇਹਨਾਂ ਸੈਂਟੈਂਸ ਨੂੰ ਬਣਾਉਂਦੇ ਹੁਣ ਆਪਾਂ ਕੁਝ ਇੱਕ ਨੈਗੇਟਿਵ ਸੈਂਟੈਂਸ ਨਾਲ ਜਾਂਦੇ ਹਾਂ ਨੈਗੇਟਿਵ ਸੈਂਟੈਂਸ ਫਾਰਮੇਸ਼ਨ ਲਿਖਣ ਤੋਂ ਬਾਅਦ ਸੋ ਹੋਪ ਸੋ ਤੁਹਾਨੂੰ ਕਲੀਅਰ ਹੋਏਗਾ ਕਿ ਨੈਗੇਟਿਵ ਸੈਂਟੈਂਸ ਫਾਰਮੇਸ਼ਨ ਵਿੱਚ ਕੀ ਹੋਏਗਾ ਸਿਰਫ ਤੇ ਸਿਰਫ ਆਪਾਂ ਨੋਟ ਦਾ ਇਸਤੇਮਾਲ ਕਰਨਾ ਹੈ ਵਿਲ ਸ਼ੈਲ ਪਹਿਲਾਂ ਹੀ ਹੈਲਪਿੰਗ ਵਰਬ ਦੇ ਤੌਰ ਤੇ ਆਪਾਂ ਨੂੰ ਮਿਲੇ ਹੋਏ ਆ ਆਪਾਂ ਸਿਰਫ ਤੇ ਸਿਰਫ ਇਸ ਦੇ ਨੋਟ ਲਗਾਉਣਾ ਹੈ ਸੋ ਇਟ ਵੁੱਡ ਬੀ ਸਬਜੈਕਟ ਪਲਸ will shall not plus first form of verb plus subject जिस तक ਆਪਾਂ ਪਹਿਲਾਂ ਐਕਸਰਸਾਈਜ਼ਸ ਵਿੱਚ ਕਰਿਆ ਹੈ ਕਿ ਨੈਗੇਟਿਵ ਸੈਂਟੈਂਸ ਵਿੱਚ ਨੋਟ ਦਾ ਇਸਤੇਮਾਲ ਹੁੰਦਾ ਉਸੇ ਤਰ੍ਹਾਂ ਇਸ ਵਿੱਚ ਨੋਟ ਦਾ ਇਸਤੇਮਾਲ ਹੋਏਗਾ ਬਾਕੀ ਸੈਂਟੈਂਸ ਵੀ ਆਪਾਂ ਅਲੱਗ ਤੋਂ ਡੂ ਨੋਟ ਡਸ ਨੋਟ ਪ੍ਰੈਜ਼ੈਂਟ ਵਿੱਚ ਯੂਜ਼ ਕੀਤਾ ਸੀ ਡਿਡ ਨੋਟ ਪਾਸਟ ਵਿੱਚ ਯੂਜ਼ ਕੀਤਾ ਸੀ ਬਟ ਇਸ ਵਿੱਚ ਆਪਾਂ ਵਿਲ ਸ਼ੈਲ ਪਹਿਲਾਂ ਹੀ ਆਪਣੇ ਕੋਲ ਹੈਗਾ ਹੈ ਹੈਲਪਿੰਗ ਵਰਬ ਦੇ ਤੌਰ ਤੇ ਉਸੇ ਦਿਨ ਆਪਾਂ ਇਸ ਨੂੰ ਨੋਟ ਦਾ ਇਸਤੇਮਾਲ ਕਰ ਲੈਂਦੇ ਹਾਂ ਸੋ ਫॉर एग्जांपल ਵੀ ਗੋ ਵਿਦ ਦ ਸੈਂਟੈਂਸਸ will not work good ठीक है फॉर एग्जांपल it will not work good यानी कि ਇਹ ਵਧੀਆ ਇਸਤੇਮਾਲ ਨਹੀਂ ਹੋਏਗਾ ਇਹ ਹਜੇ ਵੀ ਚੰਗੀ ਤਰ੍ਹਾਂ ਕੰਮ ਨਹੀਂ ਕਰੇਗਾ ਉਸ ਵੇ ਨਾਲ ਆਪਾਂ ਇਸ ਨੂੰ ਯੂਜ਼ ਕਰ ਸਕਦੇ ਹਾਂ ਓਕੇ ਅਗਰ ਆਪਾਂ ਕੋਈ ਹੋਰ ਐਗਜ਼ਾਮਪਲ ਬਣਾਈਏ they will not play any game today they will not play any game today ਉਹ ਅੱਜ ਕੋਈ ਵੀ ਗੇਮ ਨਹੀਂ ਖੇਡਣਗੇ ਠੀਕ ਹੈ ਗਾਗੇਗੀ ਉਹ ਅੱਜ ਕੋਈ ਵੀ ਗੇਮ ਨਹੀਂ ਖੇਡਣਗੇ ਜਾਂ ਨਹੀਂ ਖੇਡੂਗੇ ਉਸ ਲਈ ਆਪਾਂ ਇਸ ਦਾ ਇਸਤੇਮਾਲ ਕਰਦੇ ਹਾਂ ਤਾਂ ਕਲੀਅਰ ਹੈ ਜੋ ਵੀ ਆਪਾਂ ਕੰਮ ਫਿਊਚਰ ਵਿੱਚ ਕਰਨਾ ਹੈ ਜਾਂ ਨਹੀਂ ਕਰਨਾ ਹੈ ਤਾਂ ਉਸ ਵਿੱਚ ਪ੍ਰੈਜ਼ੈਂਟ ਡੈਫੀਨਿਟ ਵਿੱਚ ਆਪਾਂ ਸੈਂਟੈਂਸ ਬਣਾਉਂਦੇ हैं तो इस वे जिस तरह आप कराया है पॉजिटिव ते नेगेटिव सेंटेंस आप बना लेंगे ओके नेक्स्ट वी आर गोइंग टू वर्क ऑन इंटरोगेटिव सेंटेंसेस गाइस ਤੁਹਾਡੀ ਅੰਡਰਸਟੈਂਡਿੰਗ ਵਾਸਤੇ ਹੈ ਸਿਰਫ ਤੇ ਸਿਰਫ ਤੁਹਾਨੂੰ ਇਹਨਾਂ ਫਾਰਮੂਲਾ ਦੱਸਿਆ ਜਾ ਰਿਹਾ ਹੈ ਇੱਕ ਇੱਕ ਦੋ ਦੋ ਐਗਜ਼ਾਮਪਲ ਦਿੱਤੀ ਜਾ ਰਹੀ ਹੈ ਇਸ ਤੋਂ ਬਾਅਦ ਤੁਹਾਡੇ ਤੇ ਹੈ ਨਾ ਤੁਸੀਂ ਕਿੰਨੀ ਪ੍ਰੈਕਟਿਸ ਕਰਦੇ ਹੋ ਕਿੰਨੇ ਹੋਰ ਸੈਂਟੈਂਸ ਬਣਾਉਂਦੇ ਹੋ ਕੋਈ ਪ੍ਰੋਬਲਮ ਹੈ ਕਦੀ ਤੁਸੀਂ ਕਮੈਂਟ ਬਾਕਸ ਵਿੱਚ ਲਿਖ ਕੇ ਪੁੱਛ ਸਕਦੇ ਹੋ ਆਈ ਟਰਾਈ ਮਾਈ ਲੈਵਲ ਬੈਸਟ ਟੂ ਆਨਸਰ ਈਚ ਐਂਡ ਐਵਰੀਥਿੰਗ ਤੇ ਉਸ ਵੇ ਨਾਲ ਤੁਸੀਂ ਪ੍ਰੈਕਟਿਸ ਕਰਨੀ ਜਿੰਨੀ ਤੁਸੀਂ ਪ੍ਰੈਕਟਿਸ ਕਰੋਗੇ उन्ना ਤੁਹਾਨੂੰ ਇਸ ਦਾ ਜ਼ਿਆਦਾ ਵਧੀਆ ਰਿਜ਼ਲਟ ਮਿਲੇਗਾ as you know very well practice makes a man perfect so you just have to keep doing hard work on it so next one it is interrogative ਹੁਣ interrogative ਵਿੱਚ ਕੀ ਹੈ ਹੋਪ ਸੋ ਹੁਣ ਤੱਕ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ ਕਿ interrogative ਵਿੱਚ ਆਪਾਂ ਜਿਹੜਾ ਹੈਲਪਿੰਗ ਵਰਬ ਹੈ ਉਸ ਨੂੰ ਆਪਾਂ ਪਹਿਲਾਂ ਲਿਖ ਲੈਂਦੇ ਹਾਂ ਤਾਂ ਇਸ ਦੇ ਵਿੱਚ ਇਸ ਦੇ ਵਿੱਚ ਹੈਲਪਿੰਗ ਵਰਬ ਕੀ ਹੈ will shall ਤਾਂ obviously will shall ਪਹਿਲਾਂ ਆ ਜਾਏਗਾ ਤਾਂ it would be will shall plus subject plus first form of verb plus subject simple है चीज will shall plus subject plus first form of verb plus object वही देखो फॉर्मूला चलता आ रहा है subject verb object क्वेश्चन पूछना है तो हेल्पिंग वर्ब पहला आंदा है तो will shall इस विच हेल्पिंग वर्ब दे तौर ते ਆਪਾਂ पहला इस्तेमाल करते हैं फॉर एग्जांपल will you marry me ठीक है ਇਹ ਤੁਸੀਂ ਬਹੁਤ ਕਾਮਨ ਬਹੁਤ ਮੂਵੀਜ਼ ਵਿੱਚ ਸੀਰੀਜ਼ ਵਿੱਚ ਸੁਣਿਆ ਹੋਵੇਗਾ ਤਾਂ ਇਹ ਸੈਂਟੈਂਸ ਤੁਹਾਨੂੰ ਕਲੀਅਰ ਹੋਏਗਾ ਸੋ ਦੈਟਸ ਵਾਈ ਆਈ ਹੈਵ ਜਸਟ ਰਿਟਨ ਇਟ ਓਵਰ ਹੇਅਰ ਮੈਂ ਉਸੇ ਕਰਕੇ ਲਿਖਿਆ ਹੈ ਕਿ ਵਿਲ ਯੂ ਮੈਰੀ ਮੀ ਅਗਰ ਕੋਈ ਇਨਸਾਨ ਕਿਸ ਨੂੰ ਪ੍ਰਪੋਜ਼ ਕਰਨ ਲੱਗਿਆ ਮੈਰਿਜ ਵਾਸਤੇ ਕਿ ਕੀ ਤੁਸੀਂ ਮੇਰੇ ਨਾਲ ਮੈਰਿਜ ਕਰਵਾਓਗੇ ਫਿਊਚਰ ਰਿਗਾਰਡਿੰਗ ਗੱਲ ਹੋ ਰਹੀ ਹੈ ਨਾ ਤਾਂ ਉਸ ਵੇ ਨਾਲ ਆਪਾਂ ਇਹ ਸੈਂਟੈਂਸ ਯੂਜ਼ ਕਰਦੇ ਹਾਂ ਵਿਲ ਸ਼ੈਲ ਦਾ ਵਿਲ ਆ ਗਿਆ ਹੈ
सब्जेक्ट के तौर पे यू आ गया है, वर्ब दी फॉर्म मैरी आ गया है, मी ऑब्जेक्ट के तौर पे आ गया है। ठीक है, आंसर वुड बी एज पर दैट पर्सन चॉइस, आई विल मैरी यू और आई विल नॉट मैरी यू, उस वे आप आंसर कर दें। ओके, नेक्स्ट वन पर लिख दें, shall I talk to her। ਹੁਣ ਜਿਸ ਤਰ੍ਹਾਂ ਇਸ ਲੈਕਚਰ ਦੇ ਬਿਗਨਿੰਗ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਵਿਲ ਸ਼ੈਲ ਵਿੱਚ ਕੀ ਫਰਕ ਹੁੰਦਾ ਹੈ ਕਿ ਸ਼ੈਲ ਆਪਾਂ ਐਡਵਾਈਸ ਦੇ ਤੌਰ ਤੇ ਵੀ ਇਸਤੇਮਾਲ ਕਰਦੇ ਜਦੋਂ ਆਪਾਂ ਕਿਸੇ ਤੋਂ ਕੋਈ ਸਲਾਹ ਲੈਣੀ ਹੈ। ਸ਼ੈਲ ਆਈ ਟਾਕ ਟੂ ਹਰ, ਹੁਣ ਇਸ ਵਿੱਚ ਕੀ ਹੈ ਕਿ ਪਰਸਨ ਕਿਸ ਤੋਂ ਪੁੱਛ ਰਿਹਾ ਹੈ ਕਿ ਕਿਆ ਮੈਨੂੰ ਉਸ ਦੇ ਨਾਲ ਗੱਲ ਕਰਨੀ ਚਾਹੀਦੀ ਹੈ, ਮੀਨਸ ਕਿ ਕਿਆ ਮੈਂ ਉਸ ਦੇ ਨਾਲ ਗੱਲ ਕਰਾਂ, ਉਸ ਵੇ ਨਾਲ ਵੀ ਆਪਾਂ ਇਸ ਦਾ इस्तेमाल करते हैं। ओके, लास्ट में एक आप और सेंटेंस बनाते हैं, विल दे विन दिस मैच। देखो फॉर एग्जांपल कोई मैच हो रहा है, चाहे फुटबॉल का मैच तुम देख रहे हो, चाहे कबड्डी का देख रहे हो, चाहे क्रिकेट का देख रहे हो, हम अपन एडवांस में नहीं पता होता कि कौन जीतेगा, तो आप अगर एक दूजे गल करनी है उस मैच के रिजल्ट बारे, मैच का रिजल्ट तो फ्यूचर में आएगा ना, तो आप उसके रिगार्डिंग क्वेश्चन पूछ सकते हैं, विल दे विन दिस मैच या विल इंडिया विन दिस मैच, कि क्या इंडिया मैच जीत जाएगी या क्या वो टीम में मैच जीत जाएगी। तो आप फ्यूचर रिगार्डिंग गल कर रहे हैं, तो वो फ्यूचर इंडेफिनिट टेंस का इस्तेमाल करके आप सेंटेंस इस वे नाल बनाते हैं, इस वे नाल क्वेश्चन फ्रेम करते हैं, तो आंसर भी उसी तरह फ्यूचर होएगा, जो भी उस पर्सन लगता होएगा यस दे विल विन द मैच और दे विल नॉट विन द मैच। ओके, नैक्सट वन भी हुण आपां WH क्वेश्चन नाल जांदे हैं। WH ਵਿੱਚ ਤੁਹਾਨੂੰ ਪਤਾ ਹੈ ਸਿਰਫ ਤੇ ਸਿਰਫ WH वर्ड्स ਦਾ ਕੋਈ ਵੀ ਜਿਸ ਤਰ੍ਹਾਂ what where why who whose ਉਹ ਅੱਗੇ ਆਉਂਦਾ ਹੈ, ਬਾਕੀ ਰਿਮੇਨਿੰਗ ਹੈ ਸੈਂਟੈਂਸ ਸਟਰਕਚਰ ਇੰਟਰੋਗੇਟਿਵ ਸੈਂਟੈਂਸਿਸ ਵਾਸਤੇ ਉਹ ਸੇਮ ਰਹਿੰਦੀ ਹੈ। ਤਾਂ ਉਰੇ ਇਹ ਬਣ ਜਾਏਗਾ WH plus will shall plus subject plus first form of verb plus object। ठीक है जी, फॉर एग्जांपल सॉरी ਆਪਾਂ WH ਨਾਲ ਬਣਾ ਰਹੇ ਹਾਂ क्वेश्चंस, ਤਾਂ ਆਪਾਂ ਲਿਖ ਸਕਦੇ ਹਾਂ what will you do there। what will you do there means ਤੁਸੀਂ ਉੱਥੇ ਕੀ ਕਰੋਗੇ, है ना। फॉर एग्जांपल कोई किते जा रहा है, कोई पर्सन अपने ऑफिस ਨੂੰ ਜਾ ਰਿਹਾ ਹੈ ਤੇ ਤੁਸੀਂ कह रहे हो कि मैं भी ਤੁਹਾਡੇ ਨਾਲ ਚੱਲਦਾ ਹਾਂ, ਤਾਂ ਉਹ ਬੰਦਾ ਪੁੱਛ ਸਕਦਾ what will you do there ਕਿ ਤੁਸੀਂ ਉੱਥੇ ਕੀ ਕਰੋਗੇ, ਤੁਹਾਡਾ ਉੱਥੇ ਕੀ ਕੰਮ ਹੈ। ਤਾਂ ਆਪਾਂ ਫਿਊਚਰ ਰਿਗਾਰਡਿੰਗ ਕੁਐਸਚਨ ਪੁੱਛ ਰਹੇ ਹਾਂ, ਤਾਂ ਉਸ ਵੇ ਨਾਲ ਆਪਾਂ ਇਹ ਕੁਐਸਚਨ ਬਣਾ ਸਕਦੇ ਹਾਂ। ਹੁਣ ਮੈਂ ਤੁਹਾਨੂੰ ਪਿਛਲੀ ਕਲਾਸ ਵਿੱਚ ਕਿਹਾ ਸੀ ਕਿ ਕੁਝ ਇੱਕ ਹੈ ਨਾ ਪਰਸਨਸ ਹੁੰਦੇ ਹੈ ਜਿਹੜੇ ਕਹਿੰਦੇ ਆ ਕਿ ਆਪਾਂ ਜਿਹੜੇ ਕੁਐਸਚਨਸ ਆ ਉਹ ਨੈਗੇਟਿਵ ਵਿੱਚ ਵੀ ਬਣਾ ਸਕਦੇ ਹਾਂ। ਫॉर एग्जांपल ਵਿਲ ਯੂ ਗੋ देयर, ਵਿਲ ਯੂ ਨੋਟ ਗੋ देयर, ਤਾਂ ਮੈਂ ਯੂਜ਼ਲੀ ਕਹਿੰਦਾ ਕਿ ਜਿਹੜੇ ਕੁਐਸਚਨਸ ਹੁੰਦੇ ਆ ਉਹ ਪੋਜ਼ਿਟਿਵ ਹੀ ਹੋਣੇ ਚਾਹੀਦੇ ਆ, ਆਨਸਰ ਹੁੰਦੇ ਆ ਨੈਗੇਟਿਵ ਵਿੱਚ ਜਾਂ ਪੋਜ਼ਿਟਿਵ ਵਿੱਚ, ਕਿ ਕਿਆ ਤੁਸੀਂ ਉੱਥੇ ਜਾਓਗੇ ਇਹ ਹੋਣਾ ਚਾਹੀਦਾ ਕੁਐਸਚਨ, ਉਸ ਦਾ ਆਨਸਰ ਹੈ ਕਿ ਹਾਂ मैं ਉੱਥੇ ਜਾਊਂਗਾ ਜਾਂ मैं ਉੱਥੇ नहीं जाऊंगा ना। अगर पापा पूछते हैं तुसी उत्थे क्यों नहीं जाओगे या तुसी उत्थे क्यों नहीं रहोगे, तो किसी वे नाल रॉन्ग हो जाता है। सो दैट्स वाई क्वेश्चंस पॉजिटिव होने चाहिए, तुसी पॉजिटिव ही उसनु बनाने हैं। ओके, नेक्स्ट वन इज who will help you in this एग्जाम। ਹੁਣ ਦੇਖੋ ਉਰੇ ਕੀ ਗੱਲ ਹੋ ਰਹੀ ਹੈ, who will help you in this exam, ਇਸ ਐਗਜ਼ਾਮ ਵਿੱਚ ਤੁਹਾਡੀ ਹੈਲਪ ਕੋਈ ਤੁਹਾਡੀ ਮਦਦ ਕੌਣ ਕਰੇਗਾ, ਫਿਊਚਰ ਰਿਗਾਰਡਿੰਗ ਗੱਲ ਹੋ ਰਹੀ ਹੈ ਨਾ, ਤਾਂ who ਕੌਣ ਕਰੇਗਾ, will ਆਪਾਂ ਹੈਲਪਿੰਗ ਵਰਬ ਦੇ ਤੌਰ ਤੇ ਇਸਤੇਮਾਲ ਕੀਤਾ ਹੋਇਆ, ਹੈਲਪ ਆ ਗਿਆ ਵਰਬ ਦੀ ਫਾਰਮ ਤੇ ਬਾਕੀ ਆਬਜੈਕਟ, ਤੇ ਇਸ ਵੇ ਨਾਲ ਆਪਾਂ ਇਸ ਨੂੰ ਕੁਐਸਚਨ ਬਣਾਉਂਦੇ ਹਾਂ। ਓਕੇ, ਹੁਣ ਇੱਕ ਦੋ ਹੋਰ ਚੀਜ਼ ਹੈ ਜੀ ਮੈਂ ਤੁਹਾਨੂੰ ਨਾਲ ਦੀਆਂ ਦੱਸਣਾ ਚਾਹੁੰਦਾ ਹਾਂ। ਹੁਣ ਅਗਰ ਆਪਾਂ ਦੇਖੀਏ ਅੱਜ ਕੱਲ ਸ਼ਾਰਟ ਫਾਰਮਸ ਦਾ ਬਹੁਤ ਜ਼ਿਆਦਾ ਚੱਲਣ ਚੱਲ ਰਿਹਾ, ਸ਼ਾਰਟ ਫਾਰਮਸ ਬਹੁਤ ਜ਼ਿਆਦਾ ਇਸਤੇਮਾਲ ਹੁੰਦੀ ਹੈ, ਤਾਂ ਹੁਣ ਜਿਹੜੇ ਬੱਚੇ IELTS ਐਗਜ਼ਾਮ ਦੇਣਾ ਚਾਹੁੰਦੇ हैं ਉਹਨਾਂ ਨੇ ਆਪਣੀ ਰਾਈਟਿੰਗ ਵਿੱਚ ਇਸ ਚੀਜ਼ ਨੂੰ ਅਵੋਇਡ ਕਰਨਾ ਹੈ, ਐਬਰੀਵੀਏਸ਼ਨ ਨੂੰ ਅਵੋਇਡ ਕਰਨਾ, ਵੈਸੇ ਤੁਸੀਂ ਸਪੀਕਿੰਗ ਵਿੱਚ यूज़ कर सकते हो। फॉर एग्जांपल आप आई विल की जगह आई यूज़ करते हैं, दे विल की जगह देल यूज़ करते हैं, शी विल की जगह शील यूज़ करते हैं,
ਤਾਂ ਇਸ ਵੇ ਨਾਲ ਜਿੰਨੇ ਵੀ ਆਪਣੇ ਸਬਜੈਕਟਸ ਹੈ ਆਈ ਵੀ ਯੂ ਦੇ ਹੀ ਸ਼ੀਟ ਸਾਰਿਆਂ ਨੂੰ ਇਸ ਸ਼ਾਰਟ ਫਾਰਮ ਨਾਲ ਆਪਾਂ ਇਸਤੇਮਾਲ ਕਰ ਸਕਦੇ ਹਾਂ। ਠੀਕ ਹੈ ਜੀ। ਤੇ ਦੂਸਰੀ ਚੀਜ਼ ਵਿਲ ਨੋਟ ਹੈ ਜਿਹੜਾ ਅੱਜ ਕੱਲ ਜ਼ਿਆਦਾਤਰ ਬੱਚੇ ਉਸਨੂੰ ਵੋਂਟ ਦੇ ਰੂਪ ਵਿੱਚ ਵੀ ਇਸਤੇਮਾਲ ਕਰਦੇ ਹਨ, ਵਿਲ ਨੋਟ ਜਾਂ ਵੋਂਟ। ਤੇ ਅਗਰ ਤੁਹਾਨੂੰ ਕੋਈ ਕਹੇ ਆਈ ਵੋਂਟ ਗੋ देयर, ਠੀਕ ਹੈ, WANT ਵਾਂਟ ਉਸ ਦੇ ਵਿੱਚ ਤੇ WNT ਵੋਂਟ ਉਸ ਦੇ ਵਿੱਚ ਕਨਫਿਊਜ਼ ਨਹੀਂ ਹੋਣਾ ਚਾਹੀਦਾ ਹੈ। ਵਿਲ ਨੋਟ ਦੀ ਸ਼ਾਰਟ ਫਾਰਮ ਦੇ ਤੌਰ ਤੇ ਵੋਂਟ ਦਾ ਇਸਤੇਮਾਲ ਹੁੰਦਾ ਹੈ। ਸੋ ਇਸ ਦੀ ਪ੍ਰੈਕਟਿਸ ਕਰਨੀ ਹੈ ਤੁਸੀਂ, ਫਿਰ ਆਪਾਂ ਅਗਲੀ ਕਲਾਸ ਵਿੱਚ ਮਿਲਦੇ ਹਾਂ। ਹੈਵ ਅ ਨਾਈਸ ਡੇ ਟੂ ਆਲ ਆਫ ਯੂ। ਥੈਂਕ ਯੂ।